नावल एहो हमारा जीवना। नावलकार दलीप कौर टिवाणा। कांड 13वां। गर्मी की रुत लंघ गई, सर्दी की रुत आ गई। हुण सर्दी भी लंघ चली सी। नरैण बाहर बड़िया ही सी जद भानो बाहर नूं तुर चली। महा भानो कित्थे चली? नरैण ने जरा खिज के पुछया। मैं प्रतापी का बुढ़ा मर गया ना, उन्हां दे बैठण चली हाँ। ओए तैं ठेका तां नहीं लिया होया बई जिहदे भी कोई मर जावे उस नूं तैं जाके रोना ही रोना। अगला भावें रोवे भावें ना रोवे, ਇਹ ਉਹੀ ਅੱਖਾਂ ਸਜਾਈ ਫਿਰੂ। ਕਿਸੇ ਨੂੰ ਕੋਈ ਕੌਣ ਰੋਂਦਾ? ਸਭ ਆਪਣੇ ਆਪਣਿਆਂ ਨੂੰ ਰੋਂਦੇ ਨੇ। ਮੈਨੂੰ ਲੱਗਦਾ ਮੈਨੂੰ ਤਾਂ ਤੂੰ ਜਿਉਂਦੇ ਨੂੰ ਹੀ ਰੋਣ ਲੱਗ ਪਈ ਬਈ ਮਰੇ ਤੇ ਖਬਰੇ ਰੋਣ ਆਊ ਕਿ ਨਾ। ਮਹਾ ਜੀ ਸੁੱਖ ਦੇ ਬੋਲ ਬੋਲ, ਕੀ ਬੁਰੇ ਵਚਨ ਮੂੰਹੋਂ ਕੱਢੀ ਜਾਂਦਾ? ਭਾਨੋ ਨੇ ਨਿਹੋਰੇ ਨਾਲ ਕਿਹਾ। ਨਾ ਮੈਂ ਪੁੱਛਦਾ ਬਈ ਜਦੋਂ ਮੈਂ ਘਰ ਵੜਦਾ ਤਾਂ ਤੂੰ ਬਾਹਰ ਨੂੰ ਕਿਉਂ ਤੁਰ ਪੈਂਦੀ ਹੈ? ਮੇਰੇ ਨਾਲ ਜੀ ਜਾਣੀ ਹੌਲ ਜੇ ਉੱਠਦੇ ਰਹਿੰਦੇ ਨੇ, ਫਿਰ ਜੀ ਕਰਦਾ ਜਾਣੀ ਰੋਈਏ ਚੜ ਜਾ। ਮੈਂ ਕਿਹਾ ਜੀ ਘਰ ਰਹੂ ਤਾਂ ਕੋਈ ਡੱਕਾ ਦੂਰਾ ਕਰਨਾ ਪੈ ਜੂ। ਦੇਖ ਲੈ ਮੇਰਾ ਹੀ ਅੰਤ ਲੈਣਾ ਨਾ ਕੋਈ। ਉੱਤੋਂ ਕਿਹੜੇ ਹਾਲ ਆ, ਫਿਰ ਵੀ ਸਾਰਾ ਪਿੱਟਣਾ ਆਪ ਹੀ ਫੁੱਕਣਾ ਪੈਂਦਾ। ਭਾਗਵੰਤੀ ਨੇ ਅੰਦਰੋਂ ਸੰਭਰ ਕੇ ਕੂੜਾ ਬਾਹਰ ਸੁੱਟਦਿਆਂ ਕਿਹਾ। ਭਾਨੋ ਹੁਣ ਤੂੰ ਕੋਈ ਪਰੌਣੀ ਤਾਂ ਨਹੀਂ ਆਈ ਹੋਈ? ਅੱਗੇ ਵੀ ਤਾਂ ਸਾਰਾ ਕੰਮ ਕਰਦੀ ਹੀ ਸੀ, ਹੁਣ ਕਰਦੀ ਨੂੰ ਕੀ ਵੱਢ ਪੈਂਦੀ ਹੈ? ਨਰਾਇਣ ਨੇ ਜ਼ਰਾ ਖਿੱਚ ਕੇ ਕਿਹਾ। ਜਿਹੜਾ ਕੁਝ ਭਾਗਵੰਤੀ ਆਖਦੀ ਹੈ ਉਹ ਤਾਂ ਕਰ ਹੀ ਦਿੰਨੀ ਆ। ਗੋਹਾ ਕੂੜਾ ਕਰ ਦਿੰਨੀ ਆ, ਭਾਂਡੇ ਮਾਂਜ ਦਿੰਨੀ ਆ, ਲੀੜੇ ਧੋ ਦਿੰਨੀ ਆ, ਜਦੋਂ ਕਹਿੰਦੀ ਆ ਰੋਟੀ ਵੀ ਲਾਹ ਦਿੰਨੀ ਆ। ਭਾਨੋ ਨੇ ਕਾਲੀ ਕਾਲੀ ਆਪਣੇ ਹੱਥ ਦੀਆਂ ਉਂਗਲਾਂ ਮਟਕਾਉਂਦਿਆਂ ਕਿਹਾ। ਭਾਗਵੰਤੀ ਕਨੱਖੀ ਕਨੱਖੀ ਭਾਨੋ ਵੱਲ ਝਾਕਦੀ ਹੋਈ ਬੋਲੀ। ਮੈਂ ਤਾਂ ਜੀ ਰੱਬ ਜੱਗ ਤੋਂ ਡਰਦੀ ਤੈਨੂੰ ਕਦੇ ਦੱਸਦੀ ਨਹੀਂ। ਭਾਨੋ ਤਾਂ ਜਦੋਂ ਤੂੰ ਘਰ ਨਹੀਂ ਹੁੰਦਾ ਕਦੇ ਆਪੇ ਬੈਠ ਕੇ ਗੀਤ ਗਾਉਣ ਲੱਗ ਪੈਂਦੀ ਹੈ, ਕਦੇ ਕੀਰਨੇ ਪਾਉਣ ਬੈਠ ਜਾਂਦੀ ਹੈ। ਖਬਰ ਨਹੀਂ ਕਿਹਦੇ ਗੀਤ ਗਾਉਂਦੀ ਹੈ, ਕੌਣ ਮਰ ਗਿਆ ਇੱਥੇ ਜਿਹਦੇ ਕੀਰਨੇ ਪਾਉਂਦੀ ਰਹਿੰਦੀ ਹੈ। ਦੇਖੇ ਨਾ ਜੀ ਲੋਕ ਆਪਣੇ ਘਰਾਂ ਦੀਆਂ 100 ਸੁੱਖਾਂ ਮਨਾਉਂਦੇ ਨੇ ਤੇ ਇਹ ਕਿਉਂ? ਭਾਨੋ ਨਰਾਇਣ ਨੇ ਉਸ ਵੱਲ ਘੂਰ ਕੇ ਝਾਕਿਆ। ਭਾਨੋ ਨੂੰ ਡਰ ਜਿਹਾ ਲੱਗਿਆ, ਫੇਰ ਨਾ ਕਿਤੇ ਨਰਾਇਣ ਕੁੱਟਣ ਲੱਗ ਜੇ। ਉਹ ਸੰਤੀ ਦੇ ਘਰ ਵੱਲ ਝਾਕੀ। ਜਾਂ ਫਿਰ ਸੰਤੀ ਥਿਆਈ ਹੋਈ ਹੈ ਇਸ ਨੂੰ ਸਾਰਾ ਦਿਨ ਘਰ ਦੀਆਂ ਚੁਗਲੀਆਂ ਕਰਨ ਨੂੰ। ਭਾਗਵੰਤੀ ਨੇ ਸੂਹਣ ਤਖਤੇ ਕੋਲ ਰੱਖਦਿਆਂ ਕਿਹਾ। ਭਾਨੋ ਅੰਦਰ ਜਾ ਕੇ ਮੱਝ ਹੇਠਲਾ ਥਾਂ ਸਵਾਰਨ ਲੱਗ ਪਈ। ਦੇਖ ਜੀ ਮੈਂ ਤੈਨੂੰ ਖਰੀ ਗੱਲ ਦੱਸਦੀ ਹਾਂ ਬਈ ਬਥੇਰਾ ਚਿਰ ਪਕਾ ਪਕਾ ਖਵਾਤੀਆਂ, ਮੈਂ ਕੋਈ ਗੋਲੀ ਨਹੀਂ ਰੱਖੀ ਹੋਈ ਕਿਸੇ ਦੀ। ਇਹ ਸਾਰਾ ਦਿਨ ਐਸ਼ਾ ਲੁੱਟਦੀ ਰਹੇ ਤੇ ਮੈਂ ਚੁੱਲ੍ਹੇ ਵਿੱਚ ਝੋਕੀ ਰਹਾ। ਬਸ ਮੇਰੀਆਂ ਨਾ ਪਕਾਵੇ, ਇਹ ਆਪਣੀਆਂ ਪਕਾਵੇ ਤੇ ਖਾਵੇ। ਮੇਰੇ ਕੋਲੋਂ ਨਹੀਂ ਹੁੰਦਾ ਕਿਸੇ ਦਾ ਗੋਲਾ ਧੰਦਾ। ਭਾਗਵੰਤੀ ਨਰਾਇਣ ਨੂੰ ਰੋਟੀ ਪਾ ਕੇ ਦਿੰਦੀ ਹੋਈ ਬੋਲੀ। ਓਏ ਤੂੰ ਕਰਵਾ ਲਿਆ ਕਰ ਨਾਲ ਕੰਮ ਭਾਨੋ। ਨਰਾਇਣ ਨੇ ਭਾਗਵੰਤੀ ਦੀ ਗੱਲ ਦਾ ਹੁੰਗਾਰਾ ਨਾ ਦੇ ਕੇ ਭਾਨੋ ਨੂੰ ਕਿਹਾ। ਮੈਂ ਕਿਹਾ ਜੀ ਕਹਿਣ ਨੂੰ ਤਾਂ ਲੋਕ ਕਹਿੰਦੇ ਹੋਣਗੇ ਬਈ ਸੌਂਕਣ ਹੈ, ਪਰ ਰੱਬ ਹੀ ਜਾਣਦਾ ਮੈਂ ਕਦੇ ਕਿਸੇ ਗੱਲੋਂ ਇਸ ਨੂੰ ਰੋਕਿਆ ਟੋਕਿਆ ਹੋਵੇ। ਪੁੱਛ ਲੈ ਤੇਰੇ ਮੂੰਹ ਤੇ ਬੈਠੀ ਹੈ। ਅੱਬਲਾ ਤਾਂ ਮੈਂ ਕਿਸੇ ਕੰਮ ਨੂੰ ਕਹਿੰਦੀ ਨਹੀਂ, ਜੇ ਭੁੱਲ ਚੁੱਕ ਕਹਿ ਬੈਠਾ ਤਾਂ ਉਨੀ ਪੱਧਰਕਾਰੀ। ਪਰਸੋਂ ਕਿਹਾ ਭਾਨੋ ਜਰਾ ਚੁੱਲ੍ਹੇ ਕੋਲ ਬਹਿ ਜਾ, ਮੈਂ ਪਿੰਡੇ ਤੇ ਪਾਣੀ ਪਾ ਆਵਾਂ। ਆ ਕੇ ਦੇਖਿਆ ਕੁੱਤਾ ਦੁੱਧ ਲੱਕੀ ਜਾਵੇ। ਬਈ ਸੁਣੀਏ ਮੈਂ ਤੈਨੂੰ ਬਿਠਾ ਕੇ ਕਾਹਦੇ ਲਈ ਗਈ ਆ? ਉਹ ਕੋਈ ਨਹੀਂ ਭਾਗਵੰਤੀ, ਜਿੱਦਣ ਦੀ ਇਹਦੇ ਸਿਰ ਤੇ ਸੱਟ ਲੱਗੀ ਹੈ ਇਸ ਦੀ ਜਾਣੀ ਸੁਰਤ ਜੀ ਨਹੀਂ ਟਿਕਾਣੇ। ਉਹ ਤੈਂ ਦੇਖਿਆ ਹੀ ਹੈ ਬਈ ਇੱਕ ਰੋਟੀ ਦੇ ਦਿਓ ਇੱਕ ਖਾ ਕੇ ਉੱਠ ਖੜੂ, ਦੋ ਦੇ ਦਿਓ ਦੋ ਖਾ ਲੂ, ਨਾ ਦਿਓ ਤਾਂ ਮੰਗਣੀ ਨਹੀਂ। ਕਮਲਿਆਂ ਵਾਂਗ ਉਹੀ ਬੀਹੀਆਂ 'ਚ ਤੁਰੀ ਫਿਰੂ, ਬਿਨਾਂ ਗੱਲ ਤੋਂ ਹੀ ਰੋਪੂ। ਓਏ ਤੂੰ ਗੁੱਸਾ ਨਾ ਕਰਿਆ ਕਰ ਕਿਸੇ ਗੱਲ ਦਾ। ਭਾਨੋ ਮੱਝ ਦਾ ਥੌਂ ਸਵਾਰ ਕੇ ਉੱਠ ਖੜੀ, ਪੀੜੇ ਵਿੱਚੋਂ ਗਲਾਸ ਚੁੱਕਿਆ, ਘੜੇ ਵਿੱਚੋਂ ਪਾਣੀ ਪਾਉਣ ਲੱਗੀ। ਨਹੀਂ ਹੱਥ ਤਾਂ ਧੋ ਫੂਕ ਲਾ ਪਹਿਲਾਂ, ਭਾਗਵੰਤੀ ਨੇ ਕੌਲ ਹੋ ਕੇ ਕਿਹਾ। ਭਾਨੋ ਠਟੰਬਰ ਗਈ। ਹਾਂ ਹੱਥ ਧੋਣੇ ਤਾਂ ਉਸਨੂੰ ਯਾਦ ਹੀ ਨਹੀਂ ਸਨ ਰਹੇ। ਬਚਨੀ ਦੇ ਪੰਪ ਤੋਂ ਉਹ ਤਸਲੇ ਵਿੱਚ ਪਾਣੀ ਲਿਆਈ, ਫਿਰ ਕਿੰਨਾ ਹੀ ਚਿਰ ਉੱਥੇ ਬੈਠੀ ਹੱਥ ਧੋਂਦੀ ਰਹੀ। ਨਰਾਇਣ ਨੇ ਰੋਟੀ ਖਾਧੀ, ਰੋਟੀ ਖਾ ਕੇ ਚਿਲਮ ਪੀਤੀ, ਫਿਰ ਧੁੱਪੇ ਬੈਠ ਕੇ ਆਪਣੇ ਵਾਲ ਵਾਹੁਣ ਲੱਗ ਪਿਆ। ਭਾਨੋ ਅਜੇ ਵੀ ਹੱਥ ਧੋ ਰਹੀ ਸੀ। ਓਏ ਬਸ ਵੀ ਕਰ ਹੁਣ ਹੱਥ ਧੋਣੇ, ਨਰਾਇਣ ਨੇ ਖਿੱਚ ਕੇ ਕਿਹਾ। ਭਾਨੋ ਚੌਂਕੀ। ਹਾਂ ਇੰਨੇ ਚਿਰ ਤੋਂ ਉਹ ਹੱਥ ਹੀ ਕਿਉਂ ਧੋਈ ਜਾ ਰਹੀ ਸੀ? ਇਹਨਾਂ ਹੀ ਦਿਨਾਂ ਵਿੱਚ ਭਾਗਵੰਤੀ ਦੇ ਮੁੰਡਾ ਹੋ ਗਿਆ। ਕੁੜੇ ਵਧਾਈਆਂ ਹੋਣ ਭਾਨੋ। ਸੰਤੀ ਨੇ ਭਾਨੋ ਤੋਂ ਗੁੜ ਫੜਦਿਆਂ ਕਿਹਾ। ਹਾਂ ਬੇਬੇ ਰੱਬ ਸਭ ਨੂੰ ਵਧਾਵੇ। ਰੱਬ ਤੇਰੇ ਕਨੀ ਵੀ ਕਿਤੇ ਭੁੱਲ ਜਾਂਦਾ, ਪਰ ਕਹਿੰਦੇ ਨੇ ਭਗਤਾਂ ਨੂੰ ਹੀ ਭੀੜਾਂ ਨੇ। ਭਾਗਵੰਤੀ ਵਰਗੀ ਹੁੰਦੀ ਤਾਂ ਕਦੋਂ ਦੀ। ਨਹੀਂ ਬੇਬੇ ਉਹ ਵੀ ਮੇਰਾ ਹੀ ਹੈ। ਸਾਡੇ ਘਰ ਦੀ ਜੜ ਲੱਗ ਗਈ। ਰੱਬ
ਸਭ ਦੇ ਇਉਂ ਹੀ ਦਿਨ ਫੇਰੇ। ਮੈਂ ਤਾਂ ਬਲਾਈ ਸੁੱਖਣਾ ਸੁੱਖੀਆਂ ਸੀ ਭਈ ਰੱਬ ਮੁੰਡਾ ਹੀ ਦੇਵੇ, ਪਰ ਹੁਣ ਤਾਂ ਉਹ ਸਾਰੇ ਘਰ ਦੀ ਮਾਲਕਣ ਬਣ ਗਈ। ਤੈਨੂੰ ਉਸ ਨੇ ਕੀ ਵਿਦਣਾ? ਤੈਂ ਤਾਂ ਕਮਲੀ ਨੇ ਕਾਗਜ਼ ਵੀ ਨਹੀਂ ਸੀ ਕਰਾਇਆ। ਉਸ ਨੇ ਤਾਂ ਦੇਖ ਲੈ, ਪਹਿਲਾਂ ਪੰਚਾਇਤ 'ਚ ਗੁੱਠਾ ਲਵਾਇਆ ਤਾਂ ਆਈ ਐ, ਹੁਣ ਆਪੀ ਐ ਉਹ ਘਰ ਦੀ ਮਾਲਕਣ। ਆਪਾਂ ਤਾਂ ਬੇਬੇ ਬਸ ਦਿਨ ਹੀ ਪੂਰੇ ਕਰਨੇ ਆ, ਉਹ ਜੰਮ ਜੰਮ ਰਹੇ ਘਰ ਦੀ ਮਾਲਕਣ। ਹਾਹੋ ਧੀਏ, ਇਉਂ ਸਬਰ ਕਰਕੇ ਹੀ ਗੁਜ਼ਾਰਾ ਹੈ। ਤੈਂ ਆ ਕੇ ਇਸ ਘਰ ਦੀ ਦਸ਼ਾ ਹੀ ਪਲਟਤੀ। ਬੇਬੇ ਭਾਗਵੰਤੀ ਦਿਲ ਦੀ ਨਹੀਂ ਮਾੜੀ, ਬਸ ਬੋਲਣ ਦਾ ਹੀ ਬਹੁਤਾ ਥੋ ਨਹੀਂ। ਨਾਲੇ ਦੇਖ, ਤੈਨੂੰ ਛਾਂਪ ਦਿਖਾਵਾਂ। ਭਾਨੋ ਇੱਕ ਹੱਥ ਵਿੱਚ ਗੁੜ ਵਾਲੀ ਪਰਾਤ ਸੰਭਾਲਦੀ, ਦੂਜਾ ਹੱਥ ਸੰਤੀ ਦੇ ਅੱਗੇ ਕਰਕੇ ਬੋਲੀ, ਮੁੰਡਾ ਹੋਏ ਦੀ ਤੇਰੇ ਦਿਓਰ ਨੇ ਕਰਾ ਕੇ ਦਿੱਤੀ ਹੈ। ਉਹ ਤਾਂ ਕਹਿੰਦਾ ਸੀ ਭਾਗਵੰਤੀ ਨਾਲ ਦੇ ਸਿੰਘ ਤਵੀਤ ਵੀ ਕਰਵਾ ਦਿੰਨਾ। ਮੈਂ ਕਿਹਾ ਨਹੀਂ, ਮੈਂ ਕਿਹੜਾ ਨਿਆਣੀ ਆ। ਛਾਪ ਤਾਂ ਸੋਹਣੀ ਆ ਕੁੜੇ, ਹੋ ਅੱਧੇ ਤੋਲੇ ਦੀ ਤਾਂ। ਸੰਤੀ ਨੇ ਛਾਪ ਨੂੰ ਹੱਥ ਲਾ ਕੇ ਦੇਖਦਿਆਂ ਕਿਹਾ, ਇਹਨਾਂ 3 ਸਾਲਾਂ ਵਿੱਚ ਸਾਡਾ ਬੈਂਕ ਵਿੱਚ ਵੀ 2 ਵੀਹਾਂ ਉੱਤੇ 1500 ਰੁਪਏ ਹੋ ਗਿਆ। ਹੌਲੀ ਹੌਲੀ ਗਹਿਣੇ ਵਾਲੀ ਭੌਂ ਵੀ ਸਾਰੀ ਛੁਡਾ ਲੈਣੀ ਆ। ਹੋਰ ਗਾਹਾਂ ਨਹੀਂ ਤਾਂ ਸਾਡੇ ਮੁੰਡੇ ਨੂੰ ਲੋਕ ਤਾਨੇ ਮਾਰਿਆ ਕਰਨਗੇ, ਹੈ ਚੰਦਰਾ ਜੇ ਭੋਰਾ ਕੂ, ਪਰ ਜਦੋਂ ਗੋਦੀ 'ਚ ਲੈਨੀ ਆ ਜਾਣੀ ਅੰਦਰ ਜਾ ਠਰ ਜਾਂਦਾ ਹੈ। ਸੰਤੀ ਕਿੰਨਾ ਚਿਰ ਭਾਨੋ ਦੇ ਮੂੰਹ ਵੱਲ ਤੱਕਦੀ ਰਹੀ। ਸੰਤੀ ਦੀ ਗੱਲ ਠੀਕ ਹੀ ਨਿਕਲੀ। ਜਦੋਂ ਦਾ ਮੁੰਡਾ ਹੋਇਆ ਸੀ, ਭਾਗਵੰਤੀ ਹੋਰ ਦੀ ਹੋਰ ਹੋ ਗਈ ਸੀ। ਹੁਣ ਤਾਂ ਉਹ ਗੱਲ-ਗੱਲ ਉੱਤੇ ਨਰੈਣ ਨੂੰ ਵੀ ਆਕੜ ਪੈਂਦੀ ਸੀ। ਨਰੈਣ ਵੀ ਅੱਗੋਂ ਕੁਝ ਨਹੀਂ ਸੀ ਆਖਦਾ। ਇੱਕ ਦਿਨ ਨਹਾਉਣ ਵੇਲੇ ਕਾਲਾ ਭਾਨੋ ਦੇ ਹੱਥੋਂ ਛੁੱਟ ਜਾਣ ਉੱਤੇ ਭਾਗਵੰਤੀ ਨੇ ਭਾਨੋ ਦੇ ਧੌਲ ਵੀ ਮਾਰੀ ਸੀ। ਇੱਕ ਦਿਨ ਰਾਤ ਨੂੰ ਕਾਲਾ ਰੋ ਰਿਹਾ ਸੀ। ਭਾਨੋ ਚੁਬਾਰੇ ਵਿੱਚੋਂ ਨੱਠੀ ਆਈ। ਹੇਠਾਂ ਬਾਰ ਅੰਦਰੋਂ ਬੰਦ ਸੀ। ਜਕੋ ਤੱਕੀ ਕਰਦੀ ਭਾਨੋ ਨੇ ਕੁੰਡਾ ਖੜਕਾਇਆ ਤੇ ਕਿਹਾ, ਭਾਗਵੰਤੀ, ਕਾਲਾ ਕਾਤੋਂ ਰੋਂਦਾ? ਮੈਨੂੰ ਫੜਾ ਦੇ, ਨਹੀਂ ਤਾਂ ਮੈਂ ਆਪੇ ਬੁਲਾ ਲੂੰਗੀ। ਭਾਗਵੰਤੀ ਨੇ ਅੰਦਰੋਂ ਹੀ ਖਿੱਚ ਕੇ ਕਿਹਾ। ਕੁਝ ਚਿਰ ਭਾਨੋ ਉੱਥੇ ਹੀ ਖੜੀ ਰਹੀ, ਫਿਰ ਕੋਠੇ ਉੱਤੇ ਜਾ ਕੇ ਆਪਣੇ ਮੰਜੇ ਉੱਤੇ ਪੈ ਗਈ। ਪਰ ਇਸ ਤੋਂ ਪਿੱਛੋਂ ਉਸ ਨੂੰ ਨੀਂਦ ਨਾ ਆਈ। ਮੁੰਡਾ ਅਗਲੇ ਦਿਨ ਵਿੱਚ ਵੀ ਰੋਂਦਾ ਰਿਹਾ। ਮੈਨੂੰ ਲੱਗਦਾ ਹੈ ਇਸ ਨੂੰ ਕਿਸੇ ਦੀ ਨਜ਼ਰ ਲੱਗ ਗਈ। ਵਿਹੜੇ ਵਿੱਚ ਭਾਗਵੰਤੀ ਕੋਲ ਚੂਹਿਆਂ ਨੂੰ ਮਾਰਨ ਵਾਲੀਆਂ ਗੋਲੀਆਂ ਆਟੇ ਵਿੱਚ ਲਪੇਟਦੀ ਬਚਨੀ ਬੋਲੀ, ਆਹੋ, ਭਾਵੇਂ ਭਾਨੋ ਦੀ ਲੱਗੀ ਹੋਵੇ, ਸਾਰਾ ਦਿਨ ਆਨੇ ਪਾੜ ਝਾਕਦੀ ਰਹਿੰਦੀ ਹੈ। ਮੈਂ ਜੇ ਪਰਾਂ ਵੀ ਲੈ ਕੇ ਬੈਠੂੰ ਤਾਂ ਵੀ ਸਿਰ ਤੇ ਆ ਚੜ੍ਹਦੀ ਹੈ। ਔਤ ਪ੍ਰੇਤ ਦੀ ਨਜ਼ਰ ਹੁੰਦੀ ਉਹ ਬਾਲੀ ਮਾੜੀ ਹੈ। ਤੂੰ ਹਥੌਲਾ ਕਰਵਾ ਲਿਆ ਬਾਵੇ ਤੋਂ ਜਾ ਕੇ। ਤੂੰ ਆਪ ਸਿਆਣੀ ਹੈ ਬਚਨੀ, ਹੁਣ ਦੱਸ ਮੈਂ ਕਿਹੜੇ ਖੂਹ 'ਚ ਉਤਰ ਜਾ ਜਵਾਕ ਨੂੰ ਲੈ ਕੇ? ਤੂੰ ਔਖੀ ਸੌਖੀ ਜਵਾਕ ਦੇ ਨਾਲ ਹੀ ਕਰ ਲਿਆ ਕਰ ਕੰਮ, ਉਸ ਨੂੰ ਨਾ ਫੜਾਇਆ ਕਰ। ਕੀ ਕਰਾਂ, ਨਾ ਫੜਾਵਾਂ ਤਾਂ ਮਗਰ ਤੁਰੀ ਫਿਰਦੀ ਹੈ। ਫਿਰ ਕਈ ਵਾਰੀ ਚਿੱਤ 'ਚ ਆਉਂਦੀ ਹੈ ਬਈ ਮਨਾ ਕਿਤੇ ਵੇਲੇ ਕੁਵੇਲੇ ਇਸੇ ਦੀ ਹਾਂ ਨਾ ਲੱਗ ਜੇ। ਇਹ ਤਾਂ ਠੀਕ ਹੈ, ਪਰ ਬੁਰੀ ਨਜ਼ਰ ਤਾਂ ਪੱਥਰਾਂ ਨੂੰ ਪਾੜ ਦਿੰਦੀ ਹੈ। ਫੁੱਲ ਵਰਗਾ ਜਵਾਕ ਹੈ। ਕਈ ਦਿਨ ਕਾਲਾ ਢਿੱਲਾ ਰਿਹਾ। ਭਾਗਵੰਤੀ ਭਾਨੋ ਨੂੰ ਭੱਜ ਪੈਂਦੀ ਰਹੀ। ਨਰੈਣ ਦੀ ਵੀ ਉਸਨੇ ਕਈ ਵਾਰੀ ਆਨੀ ਬਹਾਨੀ ਲਾਪਾ ਕੀਤੀ। ਭਾਨੋ ਨੂੰ ਪਤਾ ਨਹੀਂ ਸੀ ਕੀ ਗੱਲ ਹੈ, ਪਰ ਫਿਰ ਵੀ ਘਰ ਵਿੱਚ ਕੋਈ ਖਾਸਾ ਗੁੱਜਰ ਝਗੜਾ ਪਿਆ ਲੱਗਦਾ ਸੀ। 1-2 ਵਾਰੀ ਤਾਂ ਭਾਗਵੰਤੀ ਨਰੈਣ ਨਾਲ ਲੜ ਕੇ ਰੋ ਵੀ ਪਈ ਸੀ। ਇੱਕ ਦਿਨ ਉਸਨੇ ਦੁਹੱਥੜਾਂ ਨਾਲ ਆਪਣਾ ਸਿਰ ਹੀ ਪਿੱਟ ਲਿਆ ਸੀ। ਨਰੈਣ ਆਪਣੇ ਆਪ ਨੂੰ ਗਾਲਾਂ ਕੱਢਦਾ ਬਾਹਰ ਨੂੰ ਤੁਰ ਗਿਆ ਸੀ। ਉਸ ਦਿਨ ਘਰ ਵਿੱਚ ਨਾ ਕਿਸੇ ਪਕਾਈਆਂ ਨਾ ਖਾਧੀਆਂ ਸਨ। ਭਾਨੋ ਨੇ ਇੱਕ ਵਾਰੀ ਭਾਗਵੰਤੀ ਨੂੰ ਪੁੱਛਿਆ ਸੀ, ਭਾਗਵੰਤੀ, ਰੋਟੀ ਲਾਹਾਂ? ਇਸ ਨੂੰ ਸਾਰਾ ਦਿਨ ਰੋਟੀਆਂ ਦੀ ਅੱਗ ਲੱਗੀ ਰਹਿੰਦੀ ਹੈ। ਭਾਗਵੰਤੀ ਝਿੜਕ ਕੇ ਪਈ। ਭਾਨੋ ਚੁੱਪ ਕਰਕੇ ਕੋਠੇ ਉੱਤੇ ਚਲੀ ਗਈ। ਦਿਨ ਡੁੱਬਦੇ ਨਾਲ ਨਰੈਣ ਉੱਤੇ ਆਇਆ। ਭਾਨੋ ਦੇਖ ਖੁਸ਼ ਜਿਹੀ ਹੋ ਗਈ। ਫਿਰ ਪਤਾ ਨਹੀਂ ਕੀ ਸੋਚ ਕੇ ਉਸਦਾ ਜੀ ਬੜਾ ਉਦਾਸ ਹੋ ਗਿਆ। ਨਰੈਣ ਆ ਕੇ ਉਸਦੇ ਮੰਜੇ ਉੱਤੇ ਬੈਠ ਗਿਆ। ਕੁਝ ਚਿਰ ਚੁੱਪ ਵਰਤੀ ਰਹੀ। ਭਾਨੋ, ਨਰੈਣ ਨੇ ਆਪਣੇ ਹੱਥ ਦੀਆਂ ਲਕੀਰਾਂ ਵੱਲ ਤੱਕਦਿਆਂ ਕਿਹਾ। ਭਾਨੋ ਭਵੱਤਰਿਆਂ ਵਾਂਗ ਉਸਦੇ ਮੂੰਹ ਵੱਲ ਤੱਕਣ ਲੱਗੀ। ਭਾਨੋ, ਮੈਂ ਦੇਖਦਾ ਭਾਗਵੰਤੀ ਕਦੇ ਤੇਰੀ ਖਾਤਰ ਰੋਟੀ ਰੱਖਦੀ ਹੈ, ਕਦੇ ਨਹੀਂ। ਮੈਨੂੰ ਇਹ ਵੀ ਪਤਾ ਹੈ ਵੀ ਕਈ ਵਾਰੀ ਤੂੰ ਪਾਣੀ ਦੀ ਘੁੱਟ ਪੀ ਕੇ ਹੀ ਪਈ ਰਹਿੰਦੀ ਹੈ। ਕਾਲੇ ਨੂੰ ਰਾਮ ਹੈ? ਭਾਨੋ ਨੇ ਉਸਦੀ ਗੱਲ ਵੱਲ ਧਿਆਨ ਨਾ ਦੇ ਕੇ ਪੁੱਛਿਆ। ਉਹ ਤੈਂ ਕੀ ਲੈਣਾ ਕਿਸੇ ਕਾਲਿਆਂ ਕੁਲਿਆਂ ਤੋਂ? ਉਹ ਤਾਂ ਤੇਰੇ ਨਾਲ ਇਉਂ ਕੁੱਤੇ ਖਾਣੀ ਕਰਦੀ ਹੈ। ਮੈਨੂੰ ਤਾਂ ਨਾ ਜਾਣੀ ਉਸ ਦਾ ਬਲਾਈ ਮੋਹ ਜਾ ਆਉਂਦਾ। ਭਾਗਵੰਤੀ ਤਾਂ ਮੈਨੂੰ ਚੁੱਕਣ ਨਹੀਂ ਦਿੰਦੀ। ਭਾਨੋ ਨੇ ਜਿਵੇਂ ਸ਼ਿਕਾਇਤ ਲਗਾਈ। ਉਹ ਤਾਂ ਕਹਿੰਦੀ ਹੈ ਮੈਂ ਆਪਣੇ ਪੇਕੀ ਚਲੇ ਜਾਣਾ, ਮੁੜ ਕੇ ਨਹੀਂ ਆਣਾ। ਤੈਨੂੰ ਪਤਾ ਹੀ ਹੈ ਪੇਕਿਆਂ ਉਸਦਿਆਂ ਦਾ।
ਕੰਜਰਾਂ ਨੇ ਪੈਸੇ ਲੈ ਕੇ ਕਿਸੇ ਹੋਰ ਥਾਂ ਤੋੜ ਦੇਣੀ ਹੈ। ਪਰ ਕਾਹਤੋਂ? ਭਾਨੋ ਨੇ ਹੈਰਾਨ ਹੋ ਕੇ ਪੁੱਛਿਆ। ਤੇਰੇ ਉਸਨੇ ਇੱਕ ਦੋ ਵਾਰੀ ਧੌਲ ਧੱਫਾ ਵੀ ਕੀਤਾ ਹੈ ਨਾ? ਮੈਨੂੰ ਸੰਤੀ ਦੱਸਦੀ ਸੀ। ਚੱਲ ਹੋ ਜਾਣੇ, ਉਸ ਦੀ ਮਰਜ਼ੀ ਹੈ। ਭਾਨੋ, ਮੇਰੇ ਕੋਲੋਂ ਇਹ ਦੇਖਿਆ ਨਹੀਂ ਜਾਂਦਾ ਬਈ ਮੇਰੇ ਜਿਉਂਦੇ ਜੀ ਤੂੰ ਇਉਂ ਰੁਲ ਜੇ। ਹੁਣ ਤਾਂ ਨਾ ਰੱਬ ਜਾਣੀ ਚੱਕ ਲੈ, ਭਾਨੋ ਨੇ ਹੌਕਾ ਭਰ ਕੇ ਕਿਹਾ। ਭਾਨੋ, ਉਸਨੇ ਸੱਚੀ ਮੁੰਡਾ ਲੈ ਕੇ ਚਲੀ ਜਾਣਾ। ਕਹਿੰਦੀ ਹੈ ਜਾਂ ਤਾਂ ਭਾਨੋ ਰਹੂਗੀ ਇਸ ਘਰ 'ਚ ਜਾਂ ਮੈਂ, ਜਿਹਨੂੰ ਮਰਜ਼ੀ ਰੱਖ ਲੈ। ਭਾਨੋ ਨੂੰ ਜਾਣੀ ਗੱਲ ਦੀ ਸਮਝ ਹੀ ਨਾ ਲੱਗੀ। ਉਹ ਬੌਂਦਲਿਆਂ ਵਾਂਗ ਨਰੈਣ ਦੇ ਮੂੰਹ ਵੱਲ ਤੱਕਣ ਲੱਗੀ। ਜੇ ਮੁੰਡਾ ਨਾ ਹੁੰਦਾ ਮੈਂ ਸਾਲੀ ਨੂੰ ਆਖਦਾ ਜਾ ਜਿੱਧਰ ਮਰਜ਼ੀ ਧੱਕੇ ਖਾ, ਪਰ ਹੁਣ ਦੇਖੇ ਨਾ ਭਾਨੋ। ਭਾਨੋ ਕੁਝ ਨਾ ਬੋਲੀ। ਭਾਨੋ, ਦੇਖੇ ਨਾ ਚੌਂਦੇ ਵਾਲਾ ਫੱਤਾ ਹੈ ਨਾ, ਜਿਸ ਤੋਂ ਆਪਾਂ ਐਤਕੀ ਮੈਂ ਖਰੀਦੀ ਸੀ, ਬੜਾ ਹੀ ਚੰਗਾ ਬੰਦਾ ਹੈ। ਵਿਚਾਰੇ ਦੇ ਕੋਈ ਨਹੀਂ, ਇੱਕੋ ਜਵਾਨ ਮੁੰਡਾ ਸੀ, ਉਸ ਨੂੰ ਮਰੇ ਨੂੰ ਵੀ ਕਈ ਸਾਲ ਹੋ ਗਏ। ਭੋਏ ਵੀ ਚੰਗੀ ਹੈ। ਮੈਂ ਉਸ ਨਾਲ ਗੱਲ ਕੀਤੀ ਸੀ, ਕਹਿੰਦਾ ਸੀ ਜੇ ਭਾਨੋ ਮੰਨੇ ਤਾਂ ਉਹ ਇੱਕ ਅੱਧੀ ਵਾਰੀ ਆਪਣੇ ਘਰ ਵੀ ਆਇਆ ਹੈ, ਤੈਨੂੰ ਉਸਨੇ ਦੇਖਿਆ ਹੋਇਆ ਹੈ। ਭਾਨੋ ਦੀ ਜਿਵੇਂ ਜੀਭ ਹੀ ਠਾਕੀ ਗਈ। ਭਾਨੋ, ਮੈਨੂੰ ਇਸ 'ਚ ਕੋਈ ਲੋਭ ਲਾਲਚ ਨਹੀਂ, ਤੇਰੇ ਰਾਮ ਦੀ ਖਾਤਰ ਹੀ ਹੈ। ਇੱਥੇ ਤਾਂ ਹੁਣ ਤੇਰੀ ਜੂਨ ਖਰਾਬ ਹੀ ਹੈ। ਭਾਗਵੰਤੀ ਨੇ ਤਾਂ ਮੇਰਾ ਜਿਉਣਾ ਦੁੱਬਰ ਕਰ ਛੱਡਿਆ, ਤੂੰ ਤਾਂ ਹੈ ਹੀ ਕਿਹਦੇ ਪਾਣੀ ਹਾਰ। ਭਾਨੋ ਜਿਵੇਂ ਸੁੰਨ ਹੋ ਗਈ ਸੀ। ਉਹ ਨਾ ਹਾਂ ਕਹਿੰਦੀ ਸੀ ਨਾ ਨਾ ਕਹਿੰਦੀ ਸੀ। ਬਿਟਰ ਬਿਟਰ ਨਰੈਣ ਦੇ ਮੂੰਹ ਵੱਲ ਝਾਕੀ ਜਾ ਰਹੀ ਸੀ। ਕੱਲ ਨੂੰ ਆਊਗਾ ਉਹ, ਮੈਂ ਕਿਹਾ ਸੀ। ਭਾਨੋ ਤੋਂ ਪੁੱਛ ਕੇ ਦੱਸੂਗਾ। ਭਾਨੋ ਦੇ ਤਾਂ ਜਿਵੇਂ ਔਸਾਨ ਹੀ ਮਾਰੇ ਗਏ ਸਨ। ਦੇਖੇ ਨਾ ਭਾਨੋ, ਤੂੰ ਭਾਵੇਂ ਕਾਂ ਹੱਥ ਸੁਨੇਹਾ ਭੇਜੀ, ਮੈਂ ਤੇਥੋਂ ਕਿਸੇ ਗੱਲੋਂ ਨਹੀਂ ਭੱਜਿਆ ਹੋਇਆ। ਨਾਲੇ ਚਾਹੁੰਦਾ ਕਿਹੜਾ ਦੂਰ ਹੈ, ਮੈਂ ਆਪ ਵੀ ਗੇੜਾ ਮਾਰਦਾ ਰਹੂੰਗਾ। ਫੱਤਾ ਬੰਦਾ ਹੀ ਵਾਲਾ ਨੇਕ ਹੈ। ਨਾਲੇ ਹੁਣ 50 ਨੂੰ ਢੁੱਕ ਕੇ ਉਹ ਮਾੜਾ ਹੋਊਗਾ ਵੀ ਕੀ? ਭਾਨੋ ਨੇ ਕੋਈ ਉੱਤਰ ਨਾ ਦਿੱਤਾ। ਭਾਨੋ, ਜੀ ਪੂਰਾ ਨਾ ਕਰੀ। ਜੇ ਮੁੰਡਾ ਨਾ ਹੁੰਦਾ ਫੇਰ ਨਹੀਂ ਸੀ ਮੈਂ ਉਹਦੇ ਕਦੇ ਪ੍ਰਵਾਹ ਕਰਦਾ। ਨਾਲੇ ਚਾਹੁੰਦੇ ਤੂੰ ਇੱਥੋਂ ਨਾਲੋਂ ਸੁਖੀ ਹੋ ਰਹੇਂਗੀ। ਬਾਕੀ ਭਾਨੋ, ਬੰਦੇ ਦੇ ਕੁਛ ਅਖਤਿਆਰ ਨਹੀਂ ਹੁੰਦਾ। ਜਿੱਥੋਂ ਦਾ ਅੰਨ-ਜਲ ਚੁਗਣਾ ਹਰ ਹਿੱਲੇ ਚੁਗਣਾ। ਕਹਿੰਦਿਆਂ ਨਰੈਣ ਨੇ ਗੁੰਮਸੁੰਮ ਬੈਠੀ ਭਾਨੋ ਦਾ ਮੋਢਾ ਥਾਪੜਿਆ ਤੇ ਪੌੜੀ ਲੈ ਗਿਆ।